ਅਸੀਂ ਜਿੰਨੇ ਜੰਗ ਦੇ ਮੈਦਾਨ 'ਚ ਤਕੜੇ ਆ ਉਹਨਾਂ ਦੇ ਕਹਿਣ ਦਾ ਮਤਲਬ ਵੀ ਇਹੀ ਸੀ, ਅਸੀਂ ਟੇਬਲ ਤੇ ਵੀ ਉਨੇ ਹੀ ਤਕੜੇ ਆ। ਜੇ ਅਸੀਂ ਇੱਥੇ ਤਕੜੇ ਨਾ ਹੁੰਦੇ ਉੱਥੇ ਅਸੀਂ ਤਕੜੇ ਨਹੀਂ ਹੋਣਾ ਸੀ, ਕਿਸੇ ਨੇ ਨਹੀਂ ਮਿਲਣਾ ਸੀ ਸਾਨੂੰ। ਇੰਨੇ ਤਗੜੇ ਹੋਣ ਦੇ ਬਾਅਦ ਵੀ ਸਾਨੂੰ ਗੇਟ ਤੇ ਖੜਾ ਕੇ, ਸੜਕ ਤੇ ਖੜਾ ਕੇ ਸਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਗਈ। ਤਾਂ ਪਾਣੀ ਪੀਏ ਨਾ ਪੀਏ, ਪਰ ਬਾਪੂ ਜੀ ਵਰਗੀਆਂ ਸ਼ਖਸੀਅਤਾਂ, ਚਹਿਲ ਸਾਹਿਬ ਜਾਂ ਹੋਰ ਜਿਹੜੀਆਂ ਸਾਡੀਆਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਸੀ, ਯੋਗਰਾਜ ਸਾਹਿਬ ਵੀ ਸੀ, ਕਿਸੇ ਨੇ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ। ਬਾਪੂ ਜੀ ਨੇ ਖੜੇ ਹੋ ਕੇ ਇੱਕ ਗੱਲ ਕਹੀ ਵੀ ਸਾਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਨਾ ਕਰਾਓ। 10 ਬੰਦਿਆਂ ਦੀ ਲਿਸਟ ਆ ਜਿਹੜੀ, ਉਹ ਯੂਟੀ ਦੇ ਹੋਣ, ਉਹ ਯੂਟੀ ਤੋਂ ਬਾਹਰ ਦੇ ਹੋਣ, ਮੈਂ ਉਹਨੂੰ ਰਿਕਮੈਂਡ ਕਰੂੰਗਾ, ਆਪਦਾ ਅਧਿਕਾਰ ਜਿਹੜਾ ਕਹਿੰਦੇ ਮੈਂ ਯੂਜ਼ ਕਰੂੰਗਾ ਤੇ ਮੈਂ ਉਹਨਾਂ ਨੂੰ ਛੱਡ ਦੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਤੇ ਚਹਿਲ ਸਾਹਿਬ ਸੰਗਤ ਦੇ ਰੂਬਰੂ ਹੋ ਕੇ ਗਏ, ਪਰ ਇੱਕ ਗੱਲ ਇੱਥੇ ਬਹੁਤ ਖਾਸ ਆ। ਜਿਵੇਂ ਜਿਨ੍ਹਾਂ ਸ਼ਬਦਾਂ 'ਚ ਬਾਪੂ ਜੀ ਨੇ, ਚਹਿਲ ਸਾਹਿਬ ਨੇ ਬਿਆਨ ਕੀਤੀ ਵੀ ਅਸੀਂ ਜਿੰਨੇ ਜੰਗ ਦੇ ਮੈਦਾਨ 'ਚ ਤਕੜੇ ਆ, ਉਹਨਾਂ ਦੇ ਕਹਿਣ ਦਾ ਮਤਲਬ ਵੀ ਇਹੀ ਸੀ, ਅਸੀਂ ਟੇਬਲ ਤੇ ਵੀ ਉਨੇ ਹੀ ਤਕੜੇ ਆ। ਜੇ ਅਸੀਂ ਇੱਥੇ ਤਕੜੇ ਨਾ ਹੁੰਦੇ ਉੱਥੇ ਅਸੀਂ ਤਕੜੇ ਨਹੀਂ ਹੋਣਾ ਸੀ, ਕਿਸੇ ਨੇ ਨਹੀਂ ਮਿਲਣਾ ਸੀ ਸਾਨੂੰ। ਇਹ ਵੱਖਰੀ ਗੱਲ ਆ ਵੀ ਇੰਨੇ ਤਗੜੇ ਹੋਣ ਦੇ ਬਾਅਦ ਵੀ ਸਾਨੂੰ ਗੇਟ ਤੇ ਖੜਾ ਕੇ, ਸੜਕ ਤੇ ਖੜਾ ਕੇ ਸਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਗਈ। ਬਾਪੂ ਜੀ ਨੇ ਬੜੇ ਸਿੱਧੇ ਸ਼ਬਦਾਂ 'ਚ ਇਹ ਗੱਲ ਬਿਆਨ ਕਰਤੀ, ਕਿਉਂਕਿ ਜਦੋਂ ਉਥੇ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਸਨਮਾਨ ਦੇ ਯੋਗ ਆ, ਉਹਨਾਂ ਸ਼ਖਸੀਅਤਾਂ ਨੂੰ ਤੁਸੀਂ ਰੋਡ ਤੇ ਖੜਾ ਕੇ ਤੇ ਉੱਥੇ ਗੱਲਬਾਤ ਕਰ ਰਹੇ ਹੋ, ਇਹਦੇ ਤੋਂ ਇੱਕ ਤੁਹਾਡੇ ਅੰਦਰ ਹਿਊਮਨ ਵੈਲਿਊਜ਼ ਆ ਨਾ, ਜਿਹੜੀਆਂ ਇਨਸਾਨੀਅਤ ਦੀਆਂ, ਤੁਸੀਂ ਹਮੇਸ਼ਾ ਇਹ ਗੱਲ ਕਰਦੇ ਆ, ਉਹਦਾ ਪਤਾ ਲੱਗਦਾ ਵੀ ਤੁਸੀਂ ਕਿੰਨੇ ਕੁ ਸੁਹਿਰਦ ਹੋ। ਉਦੋਂ ਬਾਅਦ 4 ਬੰਦਿਆਂ ਨੂੰ ਅੰਦਰ ਜਾਣਾ ਅਲਾਓ ਹੋਇਆ। ਉਸ ਤੋਂ ਪਹਿਲਾਂ ਜਿਹੜੇ ਚਹਿਲ ਸਾਹਿਬ ਆ, SSP ਸਾਹਿਬ, ਉਹਨਾਂ ਦਾ ਫੋਨ ਆਇਆ, ਕਿਉਂਕਿ ਇੱਥੇ ਸੰਗਤ ਨਾਲ ਇੱਕ ਗੱਲ ਕਰਨੀ ਬੜੀ ਜ਼ਰੂਰੀ ਆ। ਔਰ ਚਹਿਲ ਸਾਹਿਬ ਦਾ ਫੋਨ, ਮੇਰੀ ਗੱਲ ਉਹਨਾਂ ਨਾਲ ਕਰਾਈ ਗਈ। ਚਹਿਲ ਸਾਹਿਬ ਕਹਿੰਦੇ ਵੀ ਗਵਰਨਰ ਸਾਹਿਬ 85 ਸਾਲ ਉਮਰ ਆ ਉਹਨਾਂ ਦੀ ਤੇ ਬਿਮਾਰ ਵੀ ਆ, ਜੇ ਤੁਸੀਂ ਉਹਨਾਂ ਦੇ ਜਿਹੜੇ ਇਮੀਡੀਏਟ ADC ਆ, ਜਿਹੜੇ ਉਹਨਾਂ ਦੇ ਨਾਲ ਹਰ ਸਮਾਂ ਰਹਿੰਦੇ ਆ, ਉਹਨਾਂ ਨੂੰ ਜੇ ਇਹ ਮੈਮੋਰੈਂਡਮ ਆਪਦਾ ਦੇ ਕੇ ਚਲੇ ਜਾਓ। ਅਸੀਂ ਇਹ ਕਿਹਾ ਜੀ ਪਹਿਲਾਂ ਤੁਸੀਂ ਐਂ ਕਰੋ, ਸਾਨੂੰ ADC ਸਾਹਿਬ ਕੋਲੇ ਲੈ ਚੱਲੋ। ਅਸੀਂ ਉਹਨਾਂ ਦੇ ADC ਸਾਹਿਬ ਕੋਲੇ ਗਏ ਅੰਦਰ, ਇਸ ਪੂਰੇ ਉਹਨਾਂ ਨੂੰ ਜਾ ਕੇ ਗੱਲ ਸਮਝਾਈ। ਹੁਣ ਸਾਡੇ, ਚਲੋ ਅਸੀਂ ਤਾਂ ਪਾਣੀ ਪੀਏ ਨਾ ਪੀਏ, ਪਰ ਬਾਪੂ ਜੀ ਵਰਗੀਆਂ ਸ਼ਖਸੀਅਤਾਂ, ਚਹਿਲ ਸਾਹਿਬ ਜਾਂ ਹੋਰ ਜਿਹੜੀਆਂ ਸਾਡੀਆਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਸੀ, ਯੋਗਰਾਜ ਸਾਹਿਬ ਵੀ ਸੀ, ਕਿਸੇ ਨੇ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ। ਉਸ ਤੋਂ ਬਾਅਦ ਅੰਦਰ ADC ਸਾਹਿਬ ਨੂੰ ਗੱਲ ਦੱਸੀ। ਉੱਥੇ ਮੈਂ ਮਾਣ ਆ ਮੈਨੂੰ, ਬਾਪੂ ਜੀ ਨੇ ਖੜੇ ਹੋ ਕੇ ਇੱਕ ਗੱਲ ਕਹੀ ਵੀ ਸਾਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਨਾ ਕਰਾਓ। ਅਸੀਂ ਤੁਹਾਡੇ ਕੋਲੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਭੀਖ ਮੰਗਣ, ਲਿਟਰਲੀ ਇਹ ਗੱਲ ਯੂਜ਼ ਕੀਤੀ, ਕਿਉਂਕਿ ਉਦੋਂ ਪਹਿਲਾਂ ਇੱਕ ਪੂਰਾ 1.5-2 ਘੰਟੇ ਦੀ ਜਿਹੜੀ ਇੱਕ ਸੜਕ ਤੇ ਖੜੇ ਹੋ ਕੇ ਆਪਦੇ ਆਪ 'ਚ ਜਲੀਲ ਹੋਣਾ ਨਾ, ਉਹ ਕਈ ਵਾਰੀ ਬਜ਼ੁਰਗਾਂ ਨੂੰ ਇਹ ਗੱਲ ਸੋਚਣ ਤੇ ਮਜਬੂਰ ਕਰ ਦਿੰਦਾ, ਤੇ ਗੱਲ ਵੀ ਸੱਚੀ ਆ। ਸੋ ਬਾਪੂ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਕਰਾਓ ਇਸ ਤਰ੍ਹਾਂ ਵਿਹਾਰ ਕਰਕੇ। ਫਿਰ ਉਹਨਾਂ ਨਾਲ ਥੋੜੀ ਗੱਲਬਾਤ ਹੋਈ। 2 ਜਾਣਿਆਂ ਨੂੰ, ਚਹਿਲ ਸਾਹਿਬ ਨੂੰ ਤੇ ਮੈਨੂੰ, ਉਹ ਅੰਦਰ ਲੈ ਗਏ। ਅੰਦਰ ਗਵਰਨਰ ਸਾਹਿਬ ਬੈਠੇ ਸੀ ਸਾਡੇ ਜਾਣ ਤੋਂ ਪਹਿਲਾਂ। ਉਹਨਾਂ ਨੇ ਸਾਡੇ ਤੋਂ ਮੈਮੋਰੈਂਡਮ ਲਿਆ ਤੇ ਉਹਨਾਂ ਨੇ ਕਿਹਾ ਜੀ ਇਹਦੇ 'ਚੋਂ ਕਿਹੜੇ ਬੰਦੇ ਉਹ ਆ ਸਾਡੇ ਬੰਦੀ ਸਿੰਘ ਜਿਨ੍ਹਾਂ ਦੇ 25 ਸਾਲ ਪੂਰੇ ਹੋ ਚੁੱਕੇ ਆ ਜਾਂ ਸਜ਼ਾਵਾਂ ਉਦੋਂ ਵੱਧ ਆ। ਅਸੀਂ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਡਿਟੇਲਸ ਦੇ ਨਾਲ ਕਸਟਡੀ, ਜਿਹੜੇ ਇੱਕ ਕਸਟਡੀ ਦੇ ਇੱਕ ਲੈਟਰ ਮਿਲਣਗੇ ਜੇਲ੍ਹ ਤੋਂ ਵੀ ਕਿੰਨੀ ਕਸਟਡੀ ਇਹਨਾਂ ਦੀ ਪੂਰੀ ਹੋ ਚੁੱਕੀ ਆ, ਅਸੀਂ ਉਹਦੇ ਨਾਲ ਤੁਹਾਡੇ ਕੋਲੇ ਸਾਰੀ ਡਿਟੇਲ ਭੇਜ ਦਾਂਗੇ। ਤੇ ਉਹ ਕਹਿੰਦੇ ਵੀ ਮੈਂ 10 ਬੰਦਿਆਂ ਦੀ ਲਿਸਟ ਆ ਜਿਹੜੀ, ਉਹ ਯੂਟੀ ਦੇ ਹੋਣ, ਉਹ ਯੂਟੀ ਤੋਂ ਬਾਹਰ ਦੇ ਹੋਣ, ਮੈਂ ਉਹਨੂੰ ਰਿਕਮੈਂਡ ਕਰੂੰਗਾ, ਆਪਦਾ ਅਧਿਕਾਰ ਜਿਹੜਾ ਕਹਿੰਦੇ ਮੈਂ ਯੂਜ਼ ਕਰੂੰਗਾ ਤੇ ਮੈਂ ਉਹਨਾਂ ਨੂੰ ਛੱਡ ਦੂੰਗਾ। ਇਸ ਗੱਲ ਤੇ ਅਸੀਂ ਉਹਨਾਂ ਕੋਲੇ ਗੱਲ ਇਹ ਰੱਖੀ ਵੀ ਇੱਕ ਵਾਰੀ ਤੁਹਾਨੂੰ ਹੋਰ
ਜੇ ਅਸੀਂ ਟਾਈਮ ਲੈ ਕੇ ਮਿਲਿਆ ਜਾ ਸਕਦਾ। ਅੱਛਾ, ਆਹ ਲਫ਼ਜ਼ ਉਹਨਾਂ ਦੇ ਹੁਣ ਜਿਹੜੇ ਯਾਦ ਰੱਖਣ ਵਾਲੇ ਆ ਤੇ ਇਹ ਸਾਡੇ ਯਾਦ ਵੀ ਹੋਣੇ ਚਾਹੀਦੇ ਆ। ਕਹਿੰਦੇ ਕਿ ਕੋਈ ਲੋੜ ਨਹੀਂ, ਇੱਕ ਗਵਰਨਰ ਤੁਹਾਨੂੰ ਕਹਿ ਰਿਹਾ यूटी वाले ਜਿਹੜੇ ਸਾਡੇ ਬੰਦੀ ਸਿੰਘ ਆ ਉਹ ਇਮੀਡੀਏਟਲੀ मतलब फॉरन छड्डे जाणगे। तुसीं भी आपदी सारी लिस्ट भेजो, डिटेल्स भेजो। ते जेड़े बाहर दे साडे बंदी सिंह आ उन्हां दी मैं रिकमेंडेशन पाऊंगा, चीफ सैक्रटरीज नूं लिखूंगा ते उन्हां दी भी सारी रिपोर्ट मंगा लूंगा। 10 बंदी सिंघां दी लिस्ट बना के भेज दो। मैं 10 बंदी सिंघां नूं पूरा कोशिश ये करूँगा भी असीं उन्हां नूं छड्ड दईए, भी वादा ही करता साडे नाल। पर एक गल साडे लई समझणी बहुत जरूरी आ, असीं अवेसले नहीं हो सकते। सानू सिर्फ जुबानी कलामी ये वादा किया गया ते एक एक गल आके आपां इत्थे संगत दे सामने जो हुई उसे रूप च करती आ। हो सकदा फिर कोई ना कोई घुंडी विचों अड़ा लैण, बिकॉज आई बीइंग अ लॉयर आई अंडरस्टैंड दिस। सो सानू अवेसले नहीं असीं हो सकते। ये साडा हक भी बनता मॉरल ग्राउंड्स ते भी ते लीगल ग्राउंड्स ते भी। देखो कल्ले लीगल ग्राउंड्स की गल भी नहीं आ, मॉरल ग्राउंड्स ते भी साडा हक बनता भी साडे जिहड़े बंदी सिंह आ उन्होंने आपदियां सजावां पूरीआं कर लियां ते सरकार कोले डिस्क्रिशनरी पावर्स आ, जे पोलिटिकल विल होवे उन्हां दी तां ओह छड्ड सकदे आ। एंड ये कॉन्स्टिट्यूशन दा आर्टिकल 21 यही कहंदा द राइट टू लाइफ मस्ट बी प्रोटेक्टेड। सो देयर राइट टू लाइफ बियॉन्ड 25 ईयर्स ਜਦੋਂ ਉਹਨਾਂ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਤੁਸੀਂ ਉਹ ਪ੍ਰੋਟੈਕਟ ਕਰੋ, ਉਹਨਾਂ ਨੂੰ ਛੱਡੋ, ਲੀਗਲ ਗਰਾਊਂਡਸ ਤੇ ਵੀ ਛੱਡੋ ਤੇ ਮੋਰਲ ਗਰਾਊਂਡਸ ਤੇ ਵੀ ਛੱਡੋ ਵੀ ਉਹ ਆਪਦੇ ਪਰਿਵਾਰਾਂ 'ਚ ਆ ਕੇ ਹੁਣ ਜੋ ਉਹਨਾਂ ਨੇ ਕੁਝ ਤੁਹਾਡੇ ਹਿਸਾਬ ਨਾਲ ਅਸੀਂ ਤਾਂ ਨਹੀਂ ਮੰਨਦੇ ਪਰ ਤੁਸੀਂ ਕਹਿੰਦੇ ਹੋ ਵੀ ਅਸੀਂ ਉਹਨਾਂ ਨੇ ਗਲਤ ਕੀਤਾ ਸੀ, ਅਸੀਂ ਨਿਆਂ ਦਿੱਤਾ ਉਹ ਸਜ਼ਾ ਪੂਰੀ ਕਰਕੇ ਹੁਣ ਆਪਦੇ ਪਰਿਵਾਰਾਂ 'ਚ ਵਾਪਸ ਆਉਣ, ਸਾਡੇ 'ਚ ਵਾਪਸ ਆਉਣ, ਕੌਮ 'ਚ ਚੜ੍ਹਦੀ ਕਲਾ ਹੋਵੇ। ਸੋ ਗੱਲ ਇੱਥੇ ਆਪਾਂ ਜਕਾਰੇ ਲਾ ਕੇ ਤੁਰ ਜਾਈਏ ਮੁੜ ਕੇ ਫਿਰ ਉੱਥੇ ਦੀ ਉੱਥੇ ਰਹਿ ਜੇ ਤੇ ਅੱਜ ਸਾਡੀ ਇਸ ਜਿਹੜੀ ਅਸੀਂ ਇਹ ਯਤਨ ਕੀਤਾ, ਅਰਦਾਸ ਕੀਤੀ ਆ ਉਹ ਫਿਰ ਗੱਲ ਪੂਰੀ ਨਹੀਂ ਹੋਣੀ, ਅਵੇਸਲੇ ਨਹੀਂ ਹੋ ਸਕਦੇ। ਬਾਪੂ ਜੀ ਹੋਣੀ ਅਕਾਲ ਯੂਥ ਜਥੇਬੰਦੀ ਆ, ਨਾਲੇ ਫਿਰ ਬਾਪੂ ਸੂਰਤ ਸਿੰਘ ਖਾਲਸਾ ਜੀ ਨੇ ਇਹ ਬਹੁਤ ਪਹਿਲਾਂ ਇਹ ਗੱਲ ਸ਼ੁਰੂ ਕੀਤੀ ਸੀ ਬੰਦੀ ਸਿੰਘਾਂ ਨੂੰ ਛੁਡਾਉਣ ਦੀ, ਉਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ। ਸੋ ਅਗਲੇ ਪ੍ਰੋਗਰਾਮ ਦੀ ਜਿਹੜੀ ਮੇਰੇ ਖਿਆਲ 'ਚ ਕੋਈ ਇਹਨਾਂ ਨੇ ਉਲੀਕ ਕਰਨੀ ਆ, ਉਲੀਕਣਾ ਇਹ ਸਾਡੇ ਜਿਹੜੀਆਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਉਹ ਆਪਸ 'ਚ ਇਕੱਠੇ ਬੈਠ ਕੇ ਉਲੀਕਣਗੇ। ਆਪਾਂ ਜਿਵੇਂ ਤੁਸੀਂ ਤੇ ਮੈਂ ਬਸ ਉਸ ਲੀਹ ਤੇ ਤੁਰਨ ਵਾਲੇ ਆ, ਬੜੇ ਸ਼ਾਂਤਮਈ ਤੇ ਬੜੇ ਹੀ ਇਸੇ ਰਿਸਪੌਂਸਿਬਲ ਤੇ ਜ਼ਿੰਮੇਵਾਰ ਨਾ ਅੰਦਾਜ਼ 'ਚ ਹੀ ਤੁਰਾਂਗੇ ਆਪਾਂ। ਜਿੱਥੇ ਦੇਖੋ ਆਪਾਂ ਕਿਸਾਨੀ ਅੰਦੋਲਨ 'ਚ ਵੀ ਕਹਿੰਦੇ ਰਹੇ ਵੀ ਇਹ ਜਿਹੜੀ ਸਪਿਰਿਟ ਆ ਨਾ, ਆ ਪੰਥਕ ਸਪਿਰਿਟ ਹੈ, ਕਿਸਾਨੀ ਅੰਦੋਲਨ ਦੀ ਵੀ ਰੀੜ ਦੀ ਹੱਡੀ ਆ। ਆ ਦੇਖੋ ਸਾਹਮਣੇ ਆ ਸਾਡੇ ਇਹੀ ਪੰਥਕ ਸਪਿਰਿਟ ਸਾਨੂੰ ਇੱਥੇ ਖਿੱਚ ਲਿਆਈ। ਇੰਨੀਆਂ ਕੁ ਗੱਲਾਂ ਅੱਜ ਆਪਾਂ ਇੱਥੇ ਕਰਨੀਆਂ ਸੀ। ਬਾਕੀ ਹੋਰ ਜਿਹੜੇ ਸਨਮਾਨਯੋਗ ਸਾਡੇ ਸਾਰੇ ਸੁਹਿਰਦ ਸ਼ਖਸੀਅਤਾਂ ਉਹ ਗੱਲਾਂ ਬਾਤਾਂ ਸਾਹਮਣੇ ਰੱਖਣਗੇ। ਜੇ ਮੇਰੇ ਤੋਂ ਕੁਛ ਮਿਸ ਹੋ ਗਈ ਹੋਵੇ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਤੇ ਮੈਨੂੰ ਇਹ ਮਾਣ ਹੀ ਬਖਸ਼ਿਆ ਗਿਆ। ਅੱਜ ਮੈਂ ਇਸ ਲਾਇਕ ਤਾਂ ਹੈ ਨਹੀਂ ਪਰ ਜਿੰਨੀ ਕੁ ਵੀ ਗੱਲ ਕਰ ਸਕਦੇ ਸੀ ਉਨੀ ਕਰ ਆਏ ਆ ਤੇ ਬਹੁਤ ਸਾਰਾ ਪਿਆਰ ਸਤਿਕਾਰ ਇੱਕ ਵਾਰੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।